ਗੁੱਡ ਮਾਰਨਿੰਗ ਸਟੂਡੈਂਟਸ। ਅਸੀਂ ਪੰਜਾਬੀ ਬੋਲੀ ਦਾ ਨਿਕਾਸ ਵਾਲਾ ਟੌਪਿਕ ਕਰ ਰਹੇ ਹਾਂ, ਜਿਸ ਦੇ ਵਿੱਚ ਅੱਜ ਅਸੀਂ ਆਰੀਆ ਭਾਸ਼ਾ ਪਰਿਵਾਰ ਬਾਰੇ ਗੱਲ ਕਰਾਂਗੇ। ਆਰੀਆ ਭਾਸ਼ਾ ਪਰਿਵਾਰ ਦੇ ਅੱਗੇ ਦੋ ਪਾਰਟ ਦੇ ਡਿਵਾਈਡ ਹੁੰਦਾ ਹੈ, ਜਿਵੇਂ ਕੈਟਮ ਵਰਗ ਅਤੇ ਸਤਮ ਵਰਗ। ਅੱਗੇ ਇਸ ਨੂੰ ਯੂਰਪ ਦੀਆਂ ਭਾਸ਼ਾਵਾਂ ਅਤੇ ਸਤਮ ਵਰਗ ਨੂੰ ਭਾਰਤੀ ਇਰਾਨੀ ਭਾਸ਼ਾਵਾਂ ਦੇ ਵਿੱਚ ਵੰਡਿਆ ਜਾਂਦਾ ਹੈ। ਅੱਗੇ ਇਸ ਨੂੰ ਭਾਰਤੀ ਆਰੀਆ ਭਾਸ਼ਾਵਾਂ ਦੇ ਵਿੱਚ ਵੈਦਿਕ ਸੰਸਕ੍ਰਿਤੀ ਅਤੇ ਇਰਾਨੀ ਦੇ ਫਾਰਸੀ ਦਰ ਅਤੇ ਕਸ਼ਮੀਰੀ ਸ਼ਾਮਲ ਨੇ। ਜਿਵੇਂ ਹੁਣ ਅਸੀਂ ਵੈਦਿਕ ਅਤੇ ਸੰਸਕ੍ਰਿਤੀ ਭਾਸ਼ਾਵਾਂ ਬਾਰੇ ਗੱਲ ਕਰਾਂਗੇ। ਅੱਜ ਤੋਂ ਕਾਫੀ ਸਾਲ ਪਹਿਲਾਂ ਆਰੀਆ ਲੋਕ ਨੇ ਜਦੋਂ ਆਪਣੀ ਥਾਂ ਛੱਡ ਕੇ ਇੰਡੀਆ ਦੇ ਵਿੱਚ ਆਏ ਤਾਂ ਉਹਨਾਂ ਨੇ ਪੰਜਾਬ ਦੀ ਉਪਜਾਊ ਜ਼ਮੀਨ ਨੂੰ ਹੀ ਆਪਣਾ ਰਹਿਣ ਬਸੇਰਾ ਬਣਾ ਲਿਆ, ਅਤੇ ਉਹ ਲੋਕ ਸੀ ਜੋ ਬਹੁਤ ਜ਼ਿਆਦਾ ਮਿਹਨਤੀ, ਤੰਦਰੁਸਤ ਅਤੇ ਬਹਾਦਰ ਸੀ। ਉਹਨਾਂ ਨੇ ਇੱਥੋਂ ਦੇ ਜੋ ਵਸਨੀਕ ਸੀ ਉਹਨਾਂ ਨੂੰ ਦੱਖਣੀ ਭਾਰਤ ਦੇ ਵੱਲ ਭੇਜ ਦਿੱਤਾ ਅਤੇ ਇੱਥੇ ਇੱਕ ਨਵੀਂ ਸੱਭਿਅਤਾ ਦਾ ਵਿਕਾਸ ਕੀਤਾ। ਉਹਨਾਂ ਨੇ ਜਿਹੜੇ ਵੀ ਧਾਰਮਿਕ ਗ੍ਰੰਥਾਂ ਦੀ ਰਚਨਾ ਕੀਤੀ, ਉਹਨਾਂ ਦੇ ਵਿੱਚੋਂ ਵੇਦਾਂ ਦੇ ਵਿੱਚੋਂ ਸਭ ਤੋਂ ਇੱਕ ਮੁੱਖ ਨਮੂਨਾ ਮੰਨਿਆ ਜਾਂਦਾ ਹੈ। ਵੇਦਾਂ ਦੇ ਵਿੱਚੋਂ ਰਿਗਵੇਦ ਨੂੰ ਹੀ ਮੁੱਖ ਮੰਨਿਆ ਜਾਂਦਾ ਹੈ। ਇਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਰਿਗਵੇਦ ਵਿੱਚ ਵਰਤੀ ਗਈ ਬੋਲੀ, ਜਿਸ ਨੂੰ ਵੈਦਿਕ ਬੋਲੀ ਕਿਹਾ ਜਾਂਦਾ ਹੈ, ਉਸ ਸਮੇਂ ਦੀ ਸਾਹਿਤਕ ਬੋਲੀ ਸੀ। ਰਿਗਵੇਦ ਦੇ ਨਾਲ ਹੀ ਇਸ ਦੀ ਪੁਰਾਣੀ ਅਤੇ ਲਗਭਗ ਉਸ ਸਮੇਂ ਦੀ ਧਾਰਮਿਕ ਪੁਸਤਕਾਂ ਨੇ ਜੋ ਕਾਫੀ ਹੱਦ ਤੱਕ ਮਿਲਦੀ ਹੈ। ਕੁਝ ਵਿਦਵਾਨ ਨੇ, ਜਿਵੇਂ ਕਿ ਪ੍ਰਿੰਸੀਪਲ ਤੇਜਾ ਸਿੰਘ, ਰਿਗਵੇਦ ਦੀ ਭਾਸ਼ਾ ਨੂੰ ਪੰਜਾਬੀ ਮੰਨਦੇ ਨੇ ਅਤੇ ਰਿਗਵੇਦ ਨੂੰ ਹੀ ਪਹਿਲੀ ਪੰਜਾਬੀ ਦੀ ਰਚਨਾ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਸ ਤੋਂ ਬਾਅਦ ਸੰਸਕ੍ਰਿਤ ਆਈ। ਵੈਦਿਕ ਭਾਸ਼ਾ ਤੋਂ ਬਾਅਦ ਦੇ ਵਿੱਚ ਪਾਣਿਨੀ ਨੇ ਇਸ ਦਾ ਵਿਆਕਰਨ ਲਿਖਿਆ। ਸੰਸਕ੍ਰਿਤ ਦੇ ਸ਼ਬਦ ਭਾਵ ਹੈ ਸੋਧੀ ਹੋਈ ਭਾਸ਼ਾ। ਅਸਲ ਦੇ ਵਿੱਚ ਭਾਰਤ ਦਾ ਸਦੀਆਂ ਪੁਰਾਣਾ ਸੱਭਿਆਚਾਰ ਧਾਰਮਿਕ ਇਸੇ ਭਾਸ਼ਾ ਦੇ ਵਿੱਚ ਹੀ ਹੈ, ਅਤੇ ਇਸ ਨੂੰ ਦੇਵਤਿਆਂ ਦੀ ਭਾਸ਼ਾ ਕਿਹਾ ਜਾਣ ਲੱਗਿਆ। ਪਰ ਇਹ ਸਧਾਰਨ ਲੋਕਾਂ ਦੇ ਪੜ੍ਹਨ ਦੇ ਉੱਪਰ ਪਾਬੰਦੀ ਲਗਾਈ ਗਈ, ਤਾਂ ਕਰਕੇ ਇਹ ਜੋ ਭਾਸ਼ਾ ਬਹੁਤ ਜ਼ਿਆਦਾ ਦੂਰ ਹੁੰਦੀ ਗਈ, ਅਤੇ ਇਹ ਸਿਰਫ ਸੰਸਕ੍ਰਿਤ ਦੀ ਭਾਸ਼ਾ ਹੈ ਜੋ ਵੇਦਾਂ ਤੱਕ ਹੀ ਅਤੇ ਧਰਮ ਦੀ ਭਾਸ਼ਾ ਤੱਕ ਹੀ ਸੀਮਿਤ ਰਹਿ ਗਈ। ਨੈਕਸਟ ਹੈ ਪ੍ਰਕਿਰਤਾਂ ਦੀ ਭਾਸ਼ਾ। ਪ੍ਰਕਿਰਤਾਂ ਦਾ ਅਰਥ ਹੈ ਸਹਿਜ ਸੁਭਾਵਿਕ। ਜਿਸ ਭਾਸ਼ਾ ਦੀ ਉਤਪਤੀ ਲੋਕ ਮੂੰਹੋਂ ਤੋਂ ਸਹਿਜ ਸੁਭਾਵਿਕ ਹੋਈ ਹੋਵੇ ਉਸ ਨੂੰ ਪ੍ਰਕਿਰਤ ਕਿਹਾ ਜਾਂਦਾ ਹੈ। ਇਹ ਸਧਾਰਨ ਲੋਕਾਂ ਤੋਂ ਦੂਰ ਹੋ ਗਈ, ਕਿਉਂਕਿ ਇਸ ਨੂੰ ਵੀ ਉਹਨਾਂ ਤੋਂ ਦੂਰ ਰੱਖਿਆ ਗਿਆ, ਭਾਵ ਕਿ ਨਵਾਂ ਅਤੇ ਕੁਦਰਤੀ ਰੂਪ ਧਾਰਨ ਕਰ ਗਈ। ਇਸ ਤਰ੍ਹਾਂ ਪ੍ਰਕਿਰਤੀ ਸਥਾਨਿਕ ਭਾਸ਼ਾਵਾਂ ਨੇ, ਇਹਨਾਂ ਦੇ ਵਿੱਚ ਮਗਧ ਦੀ ਪ੍ਰਕਿਰਤ ਬੋਲੀ ਨੂੰ ਸਭ ਤੋਂ ਵੱਧ ਮਾਨਤਾ ਦਿੱਤੀ ਗਈ, ਅਤੇ ਪਾਲੀ ਦੇ ਵਿੱਚ ਮਹਾਤਮਾ ਬੁੱਧ ਨੇ ਬੁੱਧ ਧਰਮ ਦਾ ਪ੍ਰਚਾਰ ਕੀਤਾ। ਇਸ ਸਮੇਂ ਦੀ ਸਾਹਿਤਿਕ, ਧਾਰਮਿਕ ਅਤੇ ਭਾਸ਼ਾ ਬਣ ਗਈ। ਪਾਲੀ ਭਾਸ਼ਾ ਦੇ ਵਿੱਚ ਰਚਿਆ ਗਿਆ ਸਾਹਿਤ ਹੈ ਉਹ ਕਾਫੀ ਜ਼ਿਆਦਾ ਹੈ। ਬੁੱਧ ਮਤ ਦਾ ਸਾਰਾ ਹੀ ਧਾਰਮਿਕ ਸਾਹਿਤ ਹੈ ਜੋ ਪਾਲੀ ਭਾਸ਼ਾ ਦੇ ਵਿੱਚ ਮਿਲਦਾ ਹੈ। ਇਸ ਤਰ੍ਹਾਂ ਬਾਅਦ ਦੇ ਵਿੱਚ ਇਹਨਾਂ ਦੀ ਗਿਣਤੀ ਕਾਫੀ ਦੱਸੀ ਜਾਂਦੀ ਹੈ, ਜਿਸ ਦੇ ਵਿੱਚ ਚਾਰ ਨੇ: ਮਹਾਰਾਸ਼ਟਰੀ, ਮਗਧੀ, ਸ਼ੌਰਸੈਨੀ ਅਤੇ ਪੈਸਾਚੀ। ਸ਼ੌਰਸੈਨੀ ਭਾਸ਼ਾ ਦੇ ਵਿੱਚ ਜ਼ਿਆਦਾ ਵਾਰਤਕ ਲਿਖੀ ਮਿਲਦੀ ਹੈ। ਮਗਧ ਇਲਾਕੇ ਦੀ ਭਾਸ਼ਾ ਮਗਧੀ ਕਹਾਉਂਦੀ ਹੈ। ਇਸ ਤਰ੍ਹਾਂ ਇਹਨਾਂ ਦੇ ਦੋਹਾਂ ਪ੍ਰਕਿਰਤਾਂ ਦੇ ਲੱਛਣਾਂ ਦੇ ਵਿੱਚ ਅਰਧ ਮਗਧੀ ਵਿੱਚ ਮਿਲਦੇ ਨੇ। ਜੈਨ ਧਰਮ ਦਾ ਬਹੁਤ ਜ਼ਿਆਦਾ ਸਾਹਿਤ ਹੈ ਜੋ ਇਸੇ ਭਾਸ਼ਾ ਦੇ ਵਿੱਚ ਮਿਲਦਾ ਹੈ। ਨੈਕਸਟ ਹੈ ਅਪਭ੍ਰੰਸ਼ ਭਾਸ਼ਾ। ਅਪਭ੍ਰੰਸ਼ ਦਾ ਭਾਵ ਹੈ ਵਿਗੜਿਆ ਹੋਇਆ ਰੂਪ। ਵਿਦਵਾਨਾਂ ਅਤੇ ਪੰਡਤ ਨੂੰ ਜੋ ਇਸ ਭਾਸ਼ਾ ਨੂੰ ਵਧੀਆ ਨਹੀਂ ਮੰਨਦੇ ਸੀ, ਇਹ ਜਦੋਂ ਪ੍ਰਕਿਰਤਾਂ ਨੂੰ ਨਿਯਮਾਂ ਦੇ ਵਿੱਚ ਬੰਨ੍ਹ ਦਿੱਤਾ ਤਾਂ ਇਸ ਲੋਕ ਬੋਲੀ ਨੇ ਅਪਭ੍ਰੰਸ਼ਾਂ ਨੂੰ ਜਨਮ ਦਿੱਤਾ। ਇਸ ਦੇ ਵਿੱਚ ਇਹ ਪ੍ਰਕਿਰਤਾਂ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਵਿੱਚ ਕੜੀ ਦਾ ਕੰਮ ਕਰਦੀ ਹੈ। ਜਿਸ ਤਰ੍ਹਾਂ ਸੰਸਕ੍ਰਿਤ ਦੀ ਪਹਿਲਾਂ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ, ਅਤੇ ਥਾਂ ਥਾਂ 'ਤੇ ਪ੍ਰਕਿਰਤਾਂ ਨੇ ਬਾਅਦ ਦੇ ਵਿੱਚ ਆਪਣਾ ਪ੍ਰਭਾਵ ਪਾਇਆ। ਇਸੇ ਤਰ੍ਹਾਂ ਹੀ ਪ੍ਰਕਿਰਤਾਂ ਦੇ ਸਮੇਂ ਤੋਂ ਬਾਅਦ ਵੱਖ-ਵੱਖ ਸਮੇਂ ਦੇ ਬਾਅਦ ਅਪਭ੍ਰੰਸ਼ਾਂ ਨੇ ਜਨਮ ਲਿਆ, ਅਤੇ ਸਾਹਿਤ ਦੀ ਕਾਫੀ ਜ਼ਿਆਦਾ ਰਚਨਾ ਹੋਈ। ਪ੍ਰਕਿਰਤਾਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਅਪਭ੍ਰੰਸ਼ਾਂ ਦੇ 27 ਭੇਦ ਨੇ। ਜਿੰਨੀਆਂ ਪ੍ਰਕਿਰਤਾਂ ਸਨ ਉਨੀਆਂ ਹੀ ਅਪਭ੍ਰੰਸ਼ਾਂ ਦਾ ਵਿਕਾਸ ਹੋਇਆ। ਇਸ ਦੇ ਨਾਲੋਂ ਉਦਯੋਗਿਕਤਾ ਅਤੇ ਲੱਛਣ ਨੇ ਜੋ ਵਧੇਰੇ ਮਿਲਦੇ ਨੇ। ਇਸ ਵਿੱਚ ਨਾਣੇ ਸ਼ਬਦ ਦੀ ਵਰਤੋਂ ਹੈ ਵਧੇਰੇ ਹੁੰਦੀ ਹੈ, ਨਾਣੇ ਅੱਖਰ ਦੀ। ਨੈਕਸਟ ਹੈ ਵਰਤਮਾਨ ਭਾਸ਼ਾਵਾਂ। ਲੋਕ ਬੋਲੀਆਂ ਨੇ ਜੋ ਬਦਲਦੀਆਂ ਰਹੀਆਂ ਅਤੇ ਨਵੀਆਂ ਬੋਲੀਆਂ ਦੇ ਵਿੱਚ ਵਿਕਸਿਤ ਹੁੰਦੀਆਂ ਰਹੀਆਂ। ਇਹਨਾਂ ਬੋਲੀਆਂ ਨੂੰ ਹੀ ਆਧੁਨਿਕ ਭਾਰਤ ਆਰੀਆ ਭਾਸ਼ਾਵਾਂ ਕਿਹਾ ਜਾਂਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਮਹਾਰਾਸ਼ਟਰੀ ਅਪਭ੍ਰੰਸ਼ ਦੇ ਵਿੱਚੋਂ ਮਰਾਠੀ, ਸ਼ੌਰਸੈਨੀ ਦੇ ਵਿੱਚੋਂ ਪੱਛਮੀ ਹਿੰਦੀ, ਰਾਜਸਥਾਨੀ, ਗੁਜਰਾਤੀ, ਮਗਧੀ ਦੇ ਵਿੱਚੋਂ ਭੋਜਪੁਰੀ ਅਤੇ ਮੈਥਿਲੀ, ਅਤੇ ਅਰਧ ਮਗਧੀ ਵਿੱਚੋਂ ਪੂਰਵ ਹਿੰਦੀ ਦਾ ਵਿਕਾਸ ਹੋਇਆ। ਪੰਜਾਬੀ ਭਾਸ਼ਾ ਦਾ ਜਨਮ। ਪੰਜਾਬ ਦੇ ਵਿੱਚ ਸਰਸਵਤੀ ਦਰਿਆ ਦੇ ਪੱਛਮ ਵੱਲ ਦੇ ਪੰਜਾਬ, ਕਸ਼ਮੀਰ ਅਤੇ ਕੰਧਾਰ ਵੱਲ ਦੇ ਇਲਾਕੇ ਨੂੰ ਬ੍ਰਹਮਪੁੱਤਰ ਦੇ ਨਾਲ ਦੇਸ਼ ਵਾਲੇ ਆਰੀਆ ਅਤੇ ਪਸਾਚ ਭਾਵ ਘਟੀਆ ਦੇਸ਼ ਮੰਨਦੇ ਸੀ। ਇੱਥੋਂ ਦੀ ਬੋਲੀ ਸੀ ਜੋ ਪਹਿਲਾਂ ਸਾਹਿਤਕ ਪ੍ਰਕਿਰਤ ਅਖਵਾਈ ਅਤੇ ਫਿਰ ਪਸਾਚੀ ਅਪਭ੍ਰੰਸ਼ ਦੇ ਰੂਪ ਦੇ ਵਿੱਚ ਚੇਂਜ ਹੋ ਗਈ। ਇਹਨਾਂ ਦੋਵਾਂ ਅਪਭ੍ਰੰਸ਼ਾਂ ਦੇ ਮੇਲ ਨੇ ਇੱਥੋਂ ਦੀਆਂ ਬੋਲਚਾਲਾਂ ਦੀਆਂ ਸਥਾਨਕ ਬੋਲੀਆਂ
ਟੱਕੀ ਤੇ ਇੱਕ ਕਈ ਦੇ ਆਧਾਰ 'ਤੇ ਇੱਕ ਨਵੀਂ ਬੋਲੀ ਦੀ ਬੁਨਿਆਦ ਰੱਖੀ, ਜਿਸ ਨੂੰ ਕਿ ਅਸੀਂ ਪੰਜਾਬੀ ਕਹਿੰਦੇ ਹਾਂ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਟੱਕੀ ਤੇ ਇੱਕ ਕਈ ਤੋਂ ਹੀ ਹੌਲੀ ਹੌਲੀ ਪੰਜਾਬੀ ਭਾਸ਼ਾ ਦਾ ਵਿਕਾਸ ਹੋਇਆ। ਪੰਜਾਬੀ ਭਾਸ਼ਾ ਦਾ ਸਰੋਤ। ਪੰਜਾਬੀ ਭਾਸ਼ਾ ਦਾ ਸਰੋਤ ਸੰਸਕ੍ਰਿਤ ਹੈ, ਪਰ ਅਸਲ ਦੇ ਵਿੱਚੋਂ ਇਹ ਸੰਸਕ੍ਰਿਤ ਦੇ ਵਿੱਚੋਂ ਨਹੀਂ ਨਿਕਲੀ। ਇਸ ਨੂੰ ਜਨਮ ਦੇਣ ਵਾਲੀਆਂ ਅਪਭ੍ਰੰਸ਼ ਕਿਹਾ ਜਾਂਦਾ ਹੈ। ਲੋਕਾਂ ਦੀਆਂ ਬੋਲਚਾਲ ਦੀਆਂ ਬੋਲੀਆਂ ਤੋਂ ਹੀ ਨਵੀਆਂ ਨਵੀਆਂ ਭਾਸ਼ਾਵਾਂ ਜਨਮ ਲੈਂਦੀਆਂ ਰਹੀਆਂ ਅਤੇ ਆਪਣੇ ਆਪ ਹੀ ਖਤਮ ਹੁੰਦੀਆਂ ਗਈਆਂ। ਇਸੇ ਤਰ੍ਹਾਂ ਹੀ ਸੰਸਕ੍ਰਿਤ ਦੀ ਭਾਸ਼ਾ ਦੇ ਵਿੱਚ ਹੋਇਆ। ਇਸ ਨੇ ਸਾਹਿਤਕ ਅਤੇ ਧਾਰਮਿਕ ਬੋਲੀ ਹੋਣ ਕਰਕੇ ਦੂਜੀਆਂ ਭਾਸ਼ਾਵਾਂ 'ਤੇ ਪ੍ਰਭਾਵ ਪਾਇਆ, ਪਰ ਆਪਣੀ ਕੋਈ ਨਵੀਂ ਬੋਲੀ ਨਹੀਂ ਸੀ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਪੰਜਾਬੀ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚੋਂ ਪੈਦਾ ਹੋਈ ਹੈ, ਇਹ ਗਲਤ ਹੈ। ਪੰਜਾਬੀ ਅਤੇ ਹਿੰਦੀ ਵਰਤਮਾਨ ਭਾਰਤੀ ਬੋਲੀਆਂ ਉਹਨਾਂ ਲੋਕ ਬੋਲੀਆਂ 'ਚੋਂ ਨਿਕਲੀਆਂ ਨੇ ਜੋ ਸੰਸਕ੍ਰਿਤ ਦੇ ਸਮੇਂ ਪ੍ਰਚਲਿਤ ਸੀ। ਪੰਜਾਬੀ ਸੰਸਕ੍ਰਿਤ ਨਾਲੋਂ ਪ੍ਰਕਿਰਤ ਦੇ ਵਧੇਰੇ ਨੇੜੇ ਹੈ। ਪੰਜਾਬੀ ਦੇ ਵਿੱਚ ਕਈ ਸ਼ਬਦ ਨੇ ਜੋ ਸੰਸਕ੍ਰਿਤ ਦੇ ਨਾਲੋਂ ਪ੍ਰਕਿਰਤ ਦੇ ਨਾਲ ਵਧੇਰੇ ਮਿਲਦੇ ਜੁਲਦੇ ਨੇ, ਜਿਵੇਂ ਕਿ ਕੁਝ ਸਵਰ, ਵਿਅੰਜਨ, ਵਿਸ਼ਰਾਮਾਂ, ਦੁੱਤ ਅੱਖਰਾਂ ਦੀ ਵਰਤੋਂ ਹੈ ਜੋ ਸੰਸਕ੍ਰਿਤ ਦੇ ਵਿੱਚ ਵਾਧੂ ਹੁੰਦੀ ਹੈ, ਪਰ ਪ੍ਰਕਿਰਤਾਂ ਅਤੇ ਪੰਜਾਬੀ ਦੇ ਵਿੱਚ ਨਹੀਂ ਹੁੰਦੀ। ਜਿਵੇਂ ਨੰਨੇ ਦੀ ਥਾਂ ਨਾਣਾ, ਜੱਜੇ ਦੀ ਥਾਂ ਜਈਆ ਹੈ ਜੋ ਸੰਸਕ੍ਰਿਤ ਵਿੱਚ ਵਰਤੋਂ ਬਹੁਤ ਹੁੰਦੀ ਹੈ, ਪਰ ਪ੍ਰਕਿਰਤਾਂ ਅਤੇ ਪੰਜਾਬੀ ਦੇ ਵਿੱਚ ਨਹੀਂ ਹੁੰਦਾ। ਸੰਸਕ੍ਰਿਤ ਵਿੱਚ ਕੀ ਹੁੰਦਾ, 3 ਲਿੰਗ ਅਤੇ 3 ਵਚਨ, ਪਰ ਪੰਜਾਬੀ ਦੇ ਵਿੱਚ ਅਤੇ ਪ੍ਰਕਿਰਤ ਦੇ ਵਿੱਚ 2 ਹੁੰਦੇ ਨੇ। ਲੱਲੇ ਦੀ ਧੁਨੀ ਸੰਸਕ੍ਰਿਤ ਦੇ ਵਿੱਚ ਨਹੀਂ, ਪਰ ਪੰਜਾਬੀ ਦੇ ਵਿੱਚ ਹੈ। ਇਸ ਤਰ੍ਹਾਂ ਹੌਲੀ ਹੌਲੀ ਪੰਜਾਬੀ ਭਾਸ਼ਾ ਦਾ ਵਿਕਾਸ ਅਤੇ ਨਿਕਾਸ ਹੋਇਆ। ਥੈਂਕ ਯੂ।